ਅੱਜ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਦਾ ਪੂਰਾ ਪਤਾ ਟਿਕਾਣਾ ਵੀ ਤੁਹਾਨੂੰ ਦੱਸ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਲੋਕਾਂ ਨੂੰ ਆਪਣੀ ਸਿਰਫ ਅੱਖੀ ਦੇਖੀ ਤੇ ਹੀ ਯਕੀਨ ਹੈ ਉਹ ਵੀ ਅੱਜ ਉੱਥੇ ਜਾ ਕੇ ਤਫਤੀਸ਼ ਕਰ ਸਕਦੇ ਹਨ ਅਤੇ ਜੇਕਰ ਕੋਈ ਸ਼ੱਕ ਜਾਂ ਗਿਲਾ ਹੋਵੇ ਤਾਂ ਉੱਥੇ ਜਾ ਕੇ ਕੱਢ ਸਕਦੇ ਹਨ। ਇਹ ਗੱਲ ਸੁਣ ਕੇ ਤੁਸੀਂ ਸਭ ਨੇ ਇਹ ਫੈਸਲਾ ਕਰਨਾ ਹੈ ਕਿ ਉਸ ਪਿੰਡ ਦੀ ਇਹ ਮਾਨਤਾ ਸਹੀ ਹੈ ਜਾਂ ਫਿਰ ਅੰਧ ਵਿਸ਼ਵਾਸ ਅਤੇ ਤੁਹਾਡੀ ਸੋਚਣੀ ਦੇ ਵਿੱਚ ਵੀ ਨਿਖਾਰ ਆਵੇਗਾ। ਗੱਲ ਹੈ ਪੰਜਾਬ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਚੋਲਟੀ ਖੇੜੀ ਦੀ। ਇਹ ਗੱਲ ਕਿਸੇ ਵਿਅਕਤੀ ਦੀ ਨਹੀਂ ਹੈ ਸਗੋਂ ਪੂਰੇ ਪਿੰਡ ਦੀ ਹੈ। ਪਿੰਡ ਕਾਫੀ ਵੱਡਾ ਤੇ ਖੁਸ਼ਹਾਲ ਹੈ। ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਬਰੋਟੀ ਦਾ ਦਰਖਤ ਹੈ। ਬਹੁਤ ਵੱਡਾ, ਕਿੰਨਾ ਕੁ ਵੱਡਾ ਹੋ ਸਕਦਾ ਹੈ? ਤੁਹਾਡਾ ਅੰਦਾਜ਼ਾ ਬਿਲਕੁਲ ਗਲਤ ਹੈ। ਉਹ ਬਰੋਟੀ ਦਾ ਦਰਖਤ ਲਗਭਗ 2.5 ਕਿੱਲਿਆਂ ਦੇ ਵਿੱਚ ਫੈਲਿਆ ਹੋਇਆ ਹੈ। ਤੁਹਾਡੇ ਕੰਨ ਬਿਲਕੁਲ ਸਹੀ ਸੁਣ ਰਹੇ ਹਨ, 2.5 ਕਿੱਲੇ। ਹੁਣ ਤੱਕ ਇਹ ਲਗਾਤਾਰ ਫੈਲਦੀ ਹੀ ਜਾ ਰਹੀ ਹੈ ਤੇ ਰੋਕਣ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਹੈ। ਪਿੰਡ ਵਾਲਿਆਂ ਮੁਤਾਬਕ ਇਹ ਰੁੱਖ ਲਗਭਗ 250 ਸਾਲ ਪੁਰਾਣਾ ਹੈ ਅਤੇ ਇੱਕ ਨਿੱਕੇ ਜਿਹੇ ਬੀਜ ਤੋਂ ਸ਼ੁਰੂ ਹੋ ਕੇ ਇਹ ਪੌਦਾ ਅੱਜ 2.5 ਕਿੱਲਿਆਂ ਦਾ ਮਾਲਕ ਬਣ ਚੁੱਕਿਆ ਹੈ ਤੇ ਸ਼ਾਇਦ ਹੋਰ ਵੀ ਜ਼ਮੀਨ ਆਪਣੇ ਕਬਜ਼ੇ ਦੇ ਵਿੱਚ ਲਵੇਗਾ। ਇਹ ਵੀ ਅੰਦਾਜ਼ਾ ਹੈ ਕਿ ਇਹ ਰੇਲ ਗੱਡੀਆਂ ਦਾ ਰਸਤਾ ਵੀ ਬੰਦ ਕਰ ਦੇਵੇਗਾ, ਪਰ ਕੋਈ ਵੀ ਇਸ ਨੂੰ ਕੱਟਣ ਦੀ ਹਿੰਮਤ ਤੱਕ ਨਹੀਂ ਕਰਦਾ। ਸਭ ਤੋਂ ਪਹਿਲਾਂ ਤਾਂ ਆਪਾਂ ਇਸ ਦਾ ਇਤਿਹਾਸ ਜਾਣਦੇ ਹਾਂ ਕਿ ਕਿਵੇਂ ਇਹ ਉੱਗਿਆ ਤੇ ਕਿਉਂ ਵੱਧ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਇਸ ਥਾਂ ਤੇ ਬਹੁਤ ਸਮਾਂ ਪਹਿਲਾਂ ਇੱਕ ਸਾਧੂ ਰਿਹਾ ਕਰਦਾ ਸੀ ਤੇ ਇੱਕ ਧੂਣਾ ਵੀ ਜਲਦਾ ਰਹਿੰਦਾ ਸੀ। ਕਾਫੀ ਲੋਕਾਂ ਨੂੰ ਇੱਥੇ ਮਾਨਤਾ ਸੀ। ਇੱਕ ਵਾਰ ਇੱਕ ਕਿਸਾਨ ਇੱਥੋਂ ਲੰਘ ਰਿਹਾ ਸੀ ਤੇ ਉਸਨੇ ਸਾਧੂ ਦੇ ਕੋਲ ਫਰਿਆਦ ਕੀਤੀ ਕਿ ਮੇਰੇ ਕੋਈ ਔਲਾਦ ਨਹੀਂ ਹੈ। ਸਾਧੂ ਨੇ ਧੂਣੇ ਦੀ ਰਾਖ ਦਿੱਤੀ ਅਤੇ ਉਸ ਨੂੰ ਆਪਣੀ ਪਤਨੀ ਨੂੰ ਖਿਲਾਉਣ ਦੇ ਵਾਸਤੇ ਕਿਹਾ। ਸਾਧੂ ਨੇ ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਕਿ ਜੇਕਰ ਤੇਰੀ ਪਤਨੀ ਇਸ ਨੂੰ ਨਹੀਂ ਵਰਤਦੀ ਤਾਂ ਇਹ ਰਾਖ ਵਾਪਸ ਇੱਥੇ ਹੀ ਇਸ ਧੂਣੇ ਦੇ ਵਿੱਚ ਸੁੱਟ ਜਾਵੀਂ, ਹੋਰ ਕਿਤੇ ਨਾ ਸੁੱਟੀ। ਸੋ ਘਰ ਜਾ ਕੇ ਉਸਨੇ ਆਪਣੀ ਪਤਨੀ ਨੂੰ ਰਾਖ ਦਿੱਤੀ, ਪਰ ਉਸਨੇ ਖਾਣ ਤੋਂ ਮਨਾ ਕਰ ਦਿੱਤਾ। ਸਾਧੂ ਦੇ ਕਹਿਣ ਅਨੁਸਾਰ ਉਹ ਰਾਖ ਵਾਪਸ ਉਸੇ ਧੂਣੀ ਦੇ ਵਿੱਚ ਸਿੱਟ ਗਿਆ। ਦੱਸਿਆ ਜਾਂਦਾ ਹੈ ਕਿ ਇਹ ਬਰੋਟੀ ਦਾ ਦਰਖਤ ਉਸੇ ਧੂਣੇ ਤੋਂ ਉਸ ਦਿਨ ਤੋਂ ਉੱਗਣਾ ਸ਼ੁਰੂ ਹੋਇਆ ਸੀ ਤੇ ਅੱਜ ਤੱਕ ਰੁਕਿਆ ਨਹੀਂ। ਲੋਕ ਇਹ ਵੀ ਮੰਨਦੇ ਹਨ ਕਿ ਸ਼ਾਇਦ ਉਸ ਰਾਖ ਦੇ ਵਿੱਚ ਜੋ ਸਾਧੂ ਵੱਲੋਂ ਦਿੱਤੀ ਗਈ ਸੀ ਉਸ ਵਿੱਚ ਸ਼ਾਇਦ ਬਰੋਟੀ ਦਾ ਕੋਈ ਬੀਜ ਹੋਵੇ ਜਿਸ ਕਾਰਨ ਇਹ ਉੱਗਣਾ ਸ਼ੁਰੂ ਹੋਇਆ ਸੀ। ਸੋ ਆਪਾਂ ਸਾਰੇ ਮੰਨਦੇ ਹਾਂ ਕਿ ਰੁੱਖਾਂ ਨੂੰ ਕੱਟਣਾ ਨਹੀਂ ਚਾਹੀਦਾ ਕਿਉਂਕਿ ਇੱਕ ਰੁੱਖ ਤੇ 100 ਸੁੱਖ ਜੀਵਨ ਅਤੇ ਕੁਦਰਤ ਦਾ ਆਧਾਰ ਹੁੰਦੇ ਹਨ। ਪਰ ਆਪਾਂ ਲੋਕ ਆਪਣੀ ਸੁੱਖ ਸਹੂਲਤ ਕਰਕੇ ਰੁੱਖਾਂ ਨੂੰ ਕੱਟਣਾ ਬੰਦ ਨਹੀਂ ਕਰਦੇ ਤੇ ਲਗਾਤਾਰ ਕੱਟੀ ਹੀ ਜਾ ਰਹੇ ਹਾਂ। ਪਰ ਇਸ ਪਿੰਡ ਦੇ ਇਸ ਬਰੋਟੀ ਨੂੰ ਕੱਟਣਾ ਤਾਂ ਦੂਰ, ਇਸ ਦਾ ਪੱਤਾ ਤੋੜਨ ਤੇ ਵੀ ਮੌਤ ਮਿਲਦੀ ਹੈ। ਇਸ ਰੁੱਖ ਦੀ ਰਾਖੀ ਇੱਥੇ ਰਹਿ ਰਹੇ ਸੱਪ ਤੇ ਕੁਝ ਅਦ੍ਰਿਸ਼ ਸ਼ਕਤੀਆਂ ਕਰਦੀਆਂ ਹਨ। ਦੱਸਿਆ ਜਾਂਦਾ ਹੈ ਕਿ ਜਦੋਂ ਇਹ ਬਰੋਟੀ ਵੱਧ ਰਹੀ ਸੀ ਤਾਂ ਵੱਧ ਕੇ ਨਾਲ ਲੱਗਦੇ ਇੱਕ ਖੇਤ ਦੇ ਵੱਲ ਫੈਲਣ ਲੱਗੀ ਤੇ ਉਹ ਖੇਤ ਨੂੰ ਘੇਰਨ ਲੱਗੀ। ਖੇਤ ਦੇ ਮਾਲਕ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਨੂੰ ਕੱਟਣਾ ਸ਼ੁਰੂ ਕੀਤਾ, ਪਰ ਉੱਥੇ ਰਾਖੀ ਕਰਦੇ ਸੱਪਾਂ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ ਤੇ ਉਹ ਬੰਦਾ ਮਾਰਿਆ ਗਿਆ। ਇਸ ਦੀਆਂ ਟਾਹਣੀਆਂ ਨੂੰ ਕੱਟਣਾ ਤਾਂ ਦੂਰ, ਆਪਣੇ ਆਪ ਹੀ ਟੁੱਟ ਕੇ ਡਿੱਗੀ ਕੋਈ ਟਾਹਣੀ ਜਾਂ ਤਣੇ ਨੂੰ ਕੋਈ ਚੁੱਕ ਕੇ ਵੀ ਨਹੀਂ ਲੈ ਜਾ ਸਕਦਾ। ਜੇਕਰ ਕੋਈ ਲੱਕੜੀ ਆਪਣੇ ਘਰ ਲੈ ਕੇ ਜਾਂਦਾ ਹੈ ਤਾਂ ਬਰੋਟੀ ਦੀ ਹੱਦ ਤੋਂ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਅਸਫਲ ਹੀ ਹੁੰਦਾ ਹੈ। ਸੋ ਇੱਥੇ ਲੱਕੜਾਂ ਡਿੱਗ ਕੇ ਗਲ ਸੜ ਕੇ ਇੱਥੇ ਹੀ ਰਹਿ ਜਾਂਦੀਆਂ ਹਨ, ਕੋਈ ਚੁੱਕਣ ਦੀ ਹਿੰਮਤ ਵੀ ਨਹੀਂ ਕਰਦਾ। ਇਸੇ ਤਰ੍ਹਾਂ ਪਿੰਡ ਦੇ ਇੱਕ ਵਿਅਕਤੀ ਨੇ ਇਸ ਬਰੋਟੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਟਰੈਕਟਰ ਦੇ ਨਾਲ ਉਸਨੇ ਇੰਜ ਕੀਤਾ ਸੀ ਉਸੇ ਦਿਨ ਉਹ ਟਰੈਕਟਰ ਤੇ ਰਾਜਪੁਰੇ ਦੇ ਕੋਲ ਹੀ ਪਲਟ ਗਿਆ, ਜਿਸ ਦਾ ਕਾਰਨ ਅੱਜ ਤੱਕ ਪਤਾ ਨਹੀਂ ਚੱਲਿਆ ਤੇ ਉਹ ਆਦਮੀ ਵੀ ਉੱਥੇ ਮਾਰਿਆ ਗਿਆ। ਜਿੱਥੇ ਬਰੋਟੀ ਦੀ ਮੇਨ ਜੜ ਹੈ ਉੱਥੇ ਇੱਕ ਮੰਦਿਰ ਵੀ ਬਣਿਆ ਹੋਇਆ ਹੈ। ਇੱਥੇ ਲੋਕਾਂ ਦੀ ਕਾਫੀ ਸ਼ਰਧਾ ਹੈ ਅਤੇ ਲੋਕ ਇੱਥੇ ਸੁਖਣਾ ਵੀ ਸੁਖਦੇ ਹਨ ਤੇ ਫਿਰ ਬਾਅਦ ਵਿੱਚ ਲੰਗਰ ਭੰਡਾਰਾ ਕਰਵਾਉਂਦੇ ਹਨ। ਇਸੇ ਤਰ੍ਹਾਂ ਇੱਕ ਵਾਰ ਇੱਥੇ ਚੋਰਾਂ ਨੇ ਵੀ ਇੱਥੇ ਇੱਕ ਦਰਵਾਜ਼ਾ ਚੋਰੀ ਕੀਤਾ ਅਤੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਬਰੋਟੀ ਦੀ ਹੱਦ ਤੋਂ ਬਾਹਰ ਲਿਜਾ ਨਾ ਸਕੇ। ਉੱਥੇ ਕੁਝ ਦੂਰੀ ਤੇ ਹੀ ਉਹ ਦਰਵਾਜ਼ਾ ਸੁੱਟ ਕੇ ਚਲੇ ਗਏ। ਦੱਸਿਆ ਜਾਂਦਾ ਹੈ ਕਿ ਉੱਥੇ ਉਹਨਾਂ ਚੋਰਾਂ ਨੇ ਕੁਝ ਐਸਾ ਭਿਆਨਕ ਦੇਖ ਲਿਆ ਸੀ ਕਿ ਉਹ ਡਰ ਕੇ ਉੱਥੋਂ ਭੱਜ ਗਏ ਸੀ। ਹੁਣ ਇਹ ਬਰੋਟੀ ਚਾਰੇ ਪਾਸਿਆਂ ਨੂੰ ਫੈਲਦੀ ਜਾ ਰਹੀ ਹੈ ਤੇ 2.5 ਕਿੱਲਿਆਂ ਦੇ ਵਿੱਚ ਆਪਣਾ ਕਬਜ਼ਾ ਕਰ ਚੁੱਕੀ ਹੈ। ਇੱਕ ਪਾਸੇ ਤਾਂ ਕਿਸੇ ਦੇ ਖੇਤ ਹਨ ਜਿਸ ਉੱਤੇ ਉਹ ਕਬਜ਼ਾ ਕਰ ਚੁੱਕੀ ਹੈ ਤੇ ਦੂਜੇ ਪਾਸੇ ਰਸਤਾ ਚੱਲਦਾ ਹੈ ਤੇ ਉਹ ਰਸਤਾ ਵੀ ਹੁਣ ਬੰਦ ਮਾਤਰ ਹੀ ਹੈ। ਤੇ ਹੁਣ ਜਿਸ ਤਰਫ ਇਹ ਵੱਧ ਰਹੀ ਹੈ ਉਸ ਪਾਸੇ ਲੋਕਾਂ ਦੀ ਜ਼ਮੀਨ ਅਤੇ ਰੇਲਵੇ ਵਿਭਾਗ ਦੀ ਜ਼ਮੀਨ ਹੈ ਤੇ ਉਸ ਤੋਂ ਅੱਗੇ ਰੇਲਵੇ ਲਾਈਨਾਂ ਲੰਘਦੀਆਂ ਹਨ ਅਤੇ ਜਿਸ ਤੇਜ਼ੀ ਦੇ ਨਾਲ ਇਹ ਵੱਧ ਰਹੀ ਹੈ ਜਲਦ ਹੀ ਉਹ ਰੇਲ ਦਾ ਰਸਤਾ ਵੀ ਰੋਕ ਲਵੇਗੀ ਤੇ ਇਸ ਨੂੰ ਰੋਕਣ ਵਾਲਾ ਕੋਈ ਨਹੀਂ ਹੋਵੇਗਾ। ਪ੍ਰਸ਼ਾਸਨ ਵੱਲੋਂ ਇਸ ਨੂੰ ਵਿਰਾਸਤੀ ਰੁੱਖ ਦਾ ਦਰਜਾ ਦੇ ਦਿੱਤਾ ਗਿਆ ਹੈ ਅਤੇ ਇਸ ਦੀ ਸਾਂਭ ਸੰਭਾਲ ਦਾ ਵੀ ਵਾਅਦਾ ਕੀਤਾ ਗਿਆ ਹੈ, ਪਰ ਇੱਕ ਡਰ ਕਾਰਨ ਇੱਥੇ ਇਸ ਦਾ ਇੱਕ ਪੱਤਾ ਵੀ ਨਹੀਂ ਤੋੜ ਸਕਦਾ। ਪਿੰਡ ਵਾਲਿਆਂ ਮੁਤਾਬਕ ਇੱਥੇ ਕਈ ਤਰ੍ਹਾਂ ਦੇ ਪੰਛੀ ਅਤੇ ਜਾਨਵਰਾਂ ਦੇ ਘਰ ਹਨ, ਜਿਵੇਂ ਸੱਪ, ਮੋਰ ਅਤੇ ਕਾਫੀ ਤਰ੍ਹਾਂ ਦੀ ਪ੍ਰਜਾਤੀਆਂ ਦੇ ਪੰਛੀ। ਸੱਪ ਤਾਂ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹਨ।
ਇੱਕ ਵਾਰ ਇੱਥੇ ਲੰਗਰ ਸੀ ਤਾਂ ਸਫਾਈ ਚੱਲ ਰਹੀ ਸੀ ਤਾਂ ਸਫਾਈ ਦੇ ਦੌਰਾਨ ਹੌਲੀ-ਹੌਲੀ ਕਰਕੇ ਇੱਕੋ ਜਗ੍ਹਾ ਤੋਂ 30-40 ਸੱਪ ਨਿਕਲੇ। ਪਰ ਸੱਪ ਕਿਸੇ ਨੂੰ ਬਿਨਾਂ ਵਜ੍ਹਾ ਕੁਝ ਨਹੀਂ ਕਹਿੰਦੇ ਤੇ ਨਾ ਹੀ ਕੋਈ ਨੁਕਸਾਨ ਕਰਦੇ ਹਨ। ਸੋ ਇਸ ਤਰ੍ਹਾਂ ਇਹ ਸੱਪ ਇਸ ਜਗ੍ਹਾ ਦੀ ਰੱਖਿਆ ਵੀ ਕਰਦੇ ਹਨ। ਸੋ ਇਸ ਤਰ੍ਹਾਂ ਦੀਆਂ ਮਾਨਤਾਵਾਂ ਪਿੰਡ ਦੇ ਲੋਕਾਂ ਦੇ ਵਿੱਚ ਪਿਛਲੇ 200 ਸਾਲਾਂ ਤੋਂ ਬਣੀ ਹੋਈ ਹੈ ਤੇ ਹੁਣ ਤਾਂ ਲੋਕ ਇਸ ਨੂੰ ਦੂਰੋਂ ਦੂਰੋਂ ਦੇਖਣ ਆਉਂਦੇ ਹਨ। ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਿ ਇਹ ਲੋਕਾਂ ਦਾ ਅੰਧ ਵਿਸ਼ਵਾਸ ਹੈ ਜਾਂ ਫਿਰ ਕੋਈ ਸੱਚਾਈ ਤੇ ਜਾਂ ਫਿਰ ਕੋਈ ਚੰਗਿਆਈ ਦਾ ਇਸ਼ਾਰਾ ਕਿ ਰੁੱਖ ਕੋਈ ਵੀ ਹੋਵੇ ਉਸ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਜੇਕਰ ਤੁਸੀਂ ਰੁੱਖ ਨੂੰ ਨੁਕਸਾਨ ਪਹੁੰਚਾਉਂਦੇ ਹੋ ਤਾਂ ਰੁੱਖ ਵੀ ਤੁਹਾਡਾ ਬੁਰਾ ਕਰ ਸਕਦਾ ਹੈ। ਕੁਝ ਅਜਿਹਾ ਸੰਦੇਸ਼ ਦਿੰਦਾ ਹੈ ਚੋਲਟੀ ਖੇੜੀ ਫਤਿਹਗੜ੍ਹ ਸਾਹਿਬ ਦਾ ਇਹ ਬਰੋਟੀ ਦਾ ਰੁੱਖ। ਤੁਹਾਡਾ ਇਸ ਬਾਰੇ ਕੀ ਖਿਆਲ ਹੈ ਤੁਸੀਂ ਪਲੀਜ਼ ਕਮੈਂਟ ਦੇ ਵਿੱਚ ਦੱਸਿਓ।